ਖਨੌਰੀ ਮੋਰਚੇ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ। ਕਿਹਾ ਅੰਦੋਲਨ ਦੇ ਨਾਲ ਕੇਂਦਰ ਸਰਕਾਰ ਨੂੰ ਹੋ ਰਿਹਾ ਫਾਇਦਾ, ਪਰ ਕਿਸਾਨ, ਸਿੱਖ ਤੇ ਪੰਜਾਬ ਸਰਕਾਰ ਹੋ ਰਹੇ ਨੇ ਬਦਨਾਮ। ਖਨੌਰੀ ਮਹਾਪੰਚਾਇਤ ਦੀ ਸਟੇਜ ਤੋਂ ਬੋਲੇ ਜਗਜੀਤ ਸਿੰਘ ਡੱਲੇਵਾਲ। ਕਿਹਾ ਲੜਾਈ ਨੂੰ ਮੁਸ਼ਕਿਲ ਸਮਝ ਕੇ ਘਰ ਨਹੀਂ ਬੈਠ ਸਕਦੇ, ਲੜਾਂਗੇ ਤੇ ਜਿੱਤਾਂਗੇ ਜ਼ਰੂਰ। ਅਕਾਲੀ ਦਲ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਇੱਕ ਹੋਰ ਹਮਲਾ। ਨਿਊਜ਼ 18 ਤੇ ਬੋਲੇ ਬੰਟੀ ਰਮਾਣਾ। ਸਿਰਫ ਨੈਤਿਕ ਹੀ ਨਹੀਂ, ਵਿੱਤੀ ਗੜਬੜੀ ਦੇ ਵੀ ਨੇ ਇਲਜ਼ਾਮ। ਕੋਠੀ ਦੀ ਰਜਿਸਟਰੀ ਦੇ ਵਿੱਚ ਕੀਤੀ ਕੀਮਤ ਦੀ ਹੇਰਫੇਰ। ਐਮਪੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ। ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਹੋਵੇਗਾ ਨਾਮ। ਪਿਤਾ ਤਰਸੇਮ ਸਿੰਘ ਦੇ ਕੋਲ ਰਹੇਗੀ ਕਮਾਨ। ਦਿੱਲੀ ਚੋਣਾਂ ਦੇ ਲਈ ਬੀਜੇਪੀ ਨੇ 29 ਉਮੀਦਵਾਰਾਂ ਦਾ ਕੀਤਾ ਐਲਾਨ। ਨਵੀਂ ਦਿੱਲੀ ਤੋਂ ਕੇਜਰੀਵਾਲ ਦੇ ਖਿਲਾਫ ਲੜਨਗੇ ਪ੍ਰਵੇਸ਼ ਵਰਮਾ। ਸੀਐਮ ਆਤੀਸ਼ੀ ਨੂੰ ਟੱਕਰ ਦੇਣਗੇ ਰਮੇਸ਼ ਬਿਦੂੜੀ। ਤਾਂ ਸਿਰਸਾ ਨੂੰ ਰਾਜੌਰੀ ਗਾਰਡਨ ਤੋਂ ਟਿਕਟ। ਜੰਮੂ ਕਸ਼ਮੀਰ ਦੇ ਬਾਂਦੀਪੁਰਾ ਦੇ ਵਿੱਚ ਵੱਡਾ ਹਾਦਸਾ। ਫੌਜ ਦਾ ਟਰੱਕ ਖੱਡ ਦੇ ਵਿੱਚ ਡਿੱਗਿਆ। 4 ਜਵਾਨ ਸ਼ਹੀਦ, ਕਈ ਜ਼ਖਮੀ। ਸਤਿ ਸ੍ਰੀ ਅਕਾਲ, ਨਮਸਕਾਰ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਅੱਜ ਜ਼ਿਕਰ ਹੋਵੇਗਾ ਦਰਬਾਰ ਸਾਹਿਬ ਦਾ। ਜਿਹੜੇ ਦਰਸ਼ਕ ਸਾਡੇ ਦਰਬਾਰ ਸਾਹਿਬ ਗਏ ਨੇ, ਅਮੂਮਨ ਔਰ ਬਹੁਤੇ ਦਰਸ਼ਕ ਗਏ ਹੋਣਗੇ, ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰਦੇ ਹਾਂ ਡਿਊਟੀ ਦੇ ਜ਼ਰੀਏ, ਤਾਂ ਉੱਥੇ ਕੋਈ ਚੈਕਿੰਗ ਨਹੀਂ ਹੁੰਦੀ, ਕੋਈ ਮੈਟਲ ਡਿਟੈਕਟਰ ਨਹੀਂ ਲੱਗੇ ਹੋਏ। ਸੁਰੱਖਿਆ ਵਧਾਉਣ ਦੀ ਮੰਗ ਹੋ ਰਹੀ ਹੈ। ਕਿਸ ਨੇ ਮੰਗ ਕੀਤੀ, ਅੱਜ ਦਾ ਜ਼ਿਕਰ ਹੈ। ਅੱਜ ਦਾ ਪ੍ਰੋਗਰਾਮ ਦੇ ਵਿੱਚ ਗੱਲ ਹੋਏਗੀ। ਗੁਆਂਢੀ ਮੁਲਕ ਦੇ ਵਿੱਚ ਇੱਕ ਨਵੇਂ ਵਾਇਰਸ ਦੇ ਵੱਲੋਂ ਦਸਤਕ ਦਿੱਤੀ ਜਾ ਰਹੀ ਹੈ। ਇਹ ਉਹੀ ਗੁਆਂਢੀ ਮੁਲਕ ਹੈ ਜਿੱਥੋਂ ਕਰੋਨਾ ਆਇਆ ਸੀ। ਜਾਂ ਇੱਕ ਨਵੇਂ ਵਾਇਰਸ ਨੇ ਚਿੰਤਾ ਪੂਰੀ ਦੁਨੀਆ ਦੀ ਵਧਾਈ ਹੈ। ਤੇ ਗੱਲ ਚਾਈਨਾ ਡੋਰ ਦੀ ਵੀ ਕਰਾਂਗੇ। ਬਸੰਤ ਪੰਚਮੀ, ਲੋਹੜੀ ਦਾ, ਮਾਘੀ ਦਾ ਤਿਉਹਾਰ ਨੇੜੇ ਹੈ ਤੇ ਇਸ ਵਿਚਾਲੇ ਚਾਈਨਾ ਡੋਰ ਦੀ ਦਹਿਸ਼ਤ ਇੱਕ ਵਾਰ ਫਿਰ ਤੋਂ ਦਿਖਾਈ ਦੇ ਰਹੀ ਹੈ। ਪਰ ਸ਼ੁਰੂਆਤ ਅੱਜ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹੋਵੇਗੀ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਤੋਂ। ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ, ਜੋ ਮੌਜੂਦਾ ਸਮੇਂ 'ਚ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਨਵੀਂ ਪਾਰਟੀ ਦਾ ਨਾਮ ਤੈਅ ਹੋ ਚੁੱਕਾ। ਦੋਵੇਂ ਮਿਲ ਕੇ ਜੋ ਪਾਰਟੀ ਬਣਾਉਣ ਜਾ ਰਹੇ ਨੇ, ਉਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਹੋਵੇਗਾ, ਜਿਸ ਦਾ ਰਸਮੀ ਐਲਾਨ 14 ਜਨਵਰੀ ਨੂੰ ਮੁਕਤਸਰ ਦੇ ਮਾਘੀ ਮੇਲੇ ਦੇ ਵਿੱਚ ਹੋਣ ਵਾਲੇ ਪੰਥ ਬਚਾਓ ਪੰਜਾਬ ਬਚਾਓ ਕਾਨਫਰੰਸ ਦੇ ਵਿੱਚ ਕੀਤੀ ਜਾਵੇਗੀ। ਅਸੀਂ ਪਾਰਟੀ ਦਾ ਐਲਾਨ ਕਰਨਾ ਹੈ ਤੇ ਮਾਘੀ ਦੇ ਮੇਲੇ ਤੇ ਉਹਦੇ ਕੰਸਰਨ ਦੇ ਵਿੱਚ ਹਰੇਕ ਮਤਲਬ ਅਸੀਂ ਹਲਕੇ ਦੇ ਵਿੱਚ 9 ਜਿਹੜੇ ਵਿਧਾਨ ਸਭਾ ਹਲਕੇ ਆ, ਸਾਰਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰਦੇ ਹਾਂ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਹੁਣ ਪਾਰਟੀ ਦਾ ਨਾਮ ਵੀ ਤੈਅ ਹੋ ਚੁੱਕਾ ਹੈ। ਤਾਂ ਅਕਾਲੀ ਦਲ ਦੇ ਵਿੱਚ ਇੱਕ ਹੋਰ ਸ਼੍ਰੋਮਣੀ ਅਕਾਲੀ ਦਲ ਨਜ਼ਰ ਆਏਗਾ। ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ। 2 ਐਮਪੀ ਆਲਰੇਡੀ ਹੈਗੇ ਨੇ ਤੇ ਅੱਗੇ ਪਾਰਟੀ ਕਿਵੇਂ ਕਦਮ ਵਧਾਉਂਦੀ ਹੈ, ਖਾਸ ਤੌਰ ਤੇ ਐਸਜੀਪੀਸੀ ਚੋਣਾਂ ਨੂੰ ਲੈ ਕੇ, ਉਹ ਦੇਖਣਾ ਹੋਏਗਾ। ਫਿਰ ਪਾਰਟੀ ਦੇ ਅੰਦਰ ਬੇਟਾ ਮੈਂਬਰ ਪਾਰਲੀਮੈਂਟ ਹੈ ਤੇ ਪਿਤਾ ਨੂੰ ਪ੍ਰਧਾਨ ਬਣਾਇਆ ਗਿਆ। ਹੁਣ ਅੱਗੇ ਵਧਦੇ ਹਾਂ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਵਧਾਉਣ ਦੀ ਮੰਗ ਕੀਤੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਇਸ ਸੰਬੰਧ ਵਿੱਚ ਐਸਜੀਪੀਸੀ ਪ੍ਰਧਾਨ ਨੂੰ ਚਿੱਠੀ ਲਿਖੀ, ਜਿਸ ਦੇ ਵਿੱਚ ਚਾਰੋਂ ਡਿਊਟੀਆਂ ਦੇ ਉੱਤੇ ਮੈਟਲ ਡਿਟੈਕਟਰ ਲਗਾਉਣ ਦੀ ਮੰਗ ਕੀਤੀ ਗਈ ਹੈ। ਚਿੱਠੀ ਦੇ ਵਿੱਚ ਰਾਮ ਮੰਦਿਰ ਅਤੇ ਵੈਟੀਕਨ ਸਿਟੀ ਦੀ ਸੁਰੱਖਿਆ ਦਾ ਵੀ ਹਵਾਲਾ ਦਿੱਤਾ ਗਿਆ। ਇਸ ਤੋਂ ਇਲਾਵਾ ਦੁਨੀਆ ਦੇ ਵਿੱਚ ਹੋ ਰਹੀਆਂ ਹੋਰ ਘਟਨਾਵਾਂ ਦਾ ਵੀ ਜ਼ਿਕਰ ਹੈ। ਕਾਬਲੇ ਗੌਰ ਹੈ ਕਿ ਅਜੇ 1 ਮਹੀਨਾ ਪਹਿਲਾਂ ਹੀ 4 ਦਸੰਬਰ ਨੂੰ ਦਰਬਾਰ ਸਾਹਿਬ ਦੇ ਵਿੱਚ ਡਿਊਟੀ ਦੇ ਸਾਹਮਣੇ ਪਹਿਰਾ ਦੇ ਰਹੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਸੀ। ਗਰਮ ਖਿਆਲੀ ਨਾਰਾਇਣ ਸਿੰਘ ਚੌੜਾ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਪਿਸਤੌਲ ਤਾਣ ਦਿੱਤੀ। ਹਾਲਾਂਕਿ ਮੌਕੇ ਤੇ ਸੁਖਬੀਰ ਦੀ ਸੁਰੱਖਿਆ ਦੇ ਵਿੱਚ ਤੈਨਾਤ ਮੁਲਾਜ਼ਮਾਂ ਨੇ ਚੌੜਾ ਨੂੰ ਰੋਕ ਲਿਆ ਅਤੇ ਪਿਸਤੌਲ ਤੋਂ ਨਿਕਲੀ ਗੋਲੀ ਸਿੱਧਾ ਉੱਤੇ ਦੀਵਾਰ ਦੇ ਉੱਤੇ ਜਾ ਲੱਗੀ। ਇਸ ਸਮੇਂ ਸੁਖਬੀਰ ਬਾਦਲ ਵੱਲ ਬਚ ਗਏ ਸਨ। ਪਰ ਸਵਾਲ ਜ਼ਰੂਰ ਹੈ ਕਿ ਮੈਟਲ ਡਿਟੈਕਟਰ ਉੱਥੇ ਲਗਾ ਦਿੱਤੇ ਜਾਣਗੇ। ਸਵਾਲ ਇਸ ਕਰਕੇ ਵੀ ਹੈ ਕਿਉਂਕਿ ਜਿਹੜੇ ਉੱਥੇ ਸਿੱਖ ਸ਼ਰਧਾਲੂ ਪਹੁੰਚਦੇ ਨੇ, ਬਹੁਤ ਸਾਰੇ ਅਜਿਹੇ ਹੁੰਦੇ ਨੇ, ਬਹੁਤੀ ਗਿਣਤੀ 'ਚ ਅਜਿਹੇ ਹੁੰਦੇ ਨੇ ਜਿਨ੍ਹਾਂ ਨੇ ਗਾਤਰਾ ਵੀ ਪਾਇਆ ਹੁੰਦਾ ਹੈ, ਜਿਨ੍ਹਾਂ ਨੇ ਜਿਹੜੀ ਕਿਰਪਾਨ ਆ ਉਹ ਵੀ ਧਾਰਨ ਕੀਤੀ ਹੁੰਦੀ ਹੈ, ਜੋ ਸਿੱਖ ਕਕਾਰਾਂ ਦੇ ਵਿੱਚ ਸ਼ਾਮਿਲ ਹੈ। ਤਾਂ ਮੈਟਲ ਡਿਟੈਕਟਰ ਦੇ ਵਿੱਚ ਜਦੋਂ ਲੰਘਿਆ ਜਾਏਗਾ ਤਾਂ ਉਸ ਨੂੰ ਲੈ ਕੇ ਕੀ ਪ੍ਰਬੰਧ ਹੋਣਗੇ ਜੇਕਰ ਲਗਾਏ ਜਾਂਦੇ ਨੇ। ਫਿਲਹਾਲ ਅਜਿਹਾ ਕੋਈ ਫੈਸਲਾ ਤਾਂ ਨਹੀਂ ਲਿਆ ਗਿਆ। ਉਧਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਬੀਜੇਪੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ।
इस लिस्ट ਦੇ ਵਿੱਚ 29 ਨਾਮ ਨੇ। 16 ਸੀਟਾਂ ਦੇ ਉੱਤੇ ਕੈਂਡੀਡੇਟ ਬਦਲ ਦਿੱਤੇ ਗਏ ਨੇ, ਜਦੋਂ ਕਿ 13 ਦੇ ਉੱਤੇ ਪੁਰਾਣੇ ਹੀ ਉਮੀਦਵਾਰ ਮੈਦਾਨ 'ਚ ਨਜ਼ਰ ਆਉਣਗੇ। ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਪ੍ਰਵੇਸ਼ ਵਰਮਾ ਚੋਣ ਲੜਨਗੇ। ਕਾਂਗਰਸ ਨੇ ਇਥੋਂ ਸੰਦੀਪ ਦੀਕਸ਼ਿਤ ਨੂੰ ਮੈਦਾਨ 'ਚ ਉਤਾਰਿਆ। बहुत सारे काम सबसे बड़ा ਬੀਜੇਪੀ ਨੇ ਕਾਲਕਾ ਜੀ ਤੋਂ ਆਤੀਸ਼ੀ ਦੇ ਖਿਲਾਫ ਰਮੇਸ਼ ਬਿਧੂੜੀ ਨੂੰ ਮੈਦਾਨ 'ਚ ਉਤਾਰਿਆ। ਇਸ ਸੀਟ ਦੇ ਉੱਤੇ ਕਾਂਗਰਸ ਨੇ ਅਲਕਾ ਲਾਂਬਾ ਨੂੰ ਟਿਕਟ ਦਿੱਤਾ ਹੈ। प्रधानमंत्री मोदी साहब का, हमारे देश के गृह मंत्री अमित शाह जी का, राष्ट्रीय अध्यक्ष नड्डा जी का, हमारे प्रदेश अध्यक्ष सचदेवा जी का मैं हृदय की गहराई से आभार व्यक्त करता हूँ कि उन्होंने मेरे ऊपर ये भरोसा किया है कि कालका जी की खोई हुई जो हमारी जमीन है उसको किस प्रकार से हम वापस लाने का काम करेंगे। रमेश बिधूड़ी जी दक्षिणी दिल्ली से 10 साल सांसद रहे। उनकी अपनी पार्टी ने उन्हें इस लायक नहीं समझा कि उनके 10 साल के काम के आधार पर उनको फिर से सांसद का टिकट दे दें। ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਛੇਤੀ ਹੋਣ ਵਾਲਾ ਹੈ। ਆਮ ਆਦਮੀ ਪਾਰਟੀ 70 ਸੀਟਾਂ ਦੇ ਉੱਤੇ ਕੈਂਡੀਡੇਟ ਐਲਾਨ ਚੁੱਕੀ ਹੈ। ਕਾਂਗਰਸ ਨੇ 3 ਲਿਸਟਾਂ ਦੇ ਵਿੱਚ 48 ਉਮੀਦਵਾਰ ਐਲਾਨੇ ਨੇ ਤੇ ਬੀਜੇਪੀ ਦੀ ਵੀ ਹੁਣ ਪਹਿਲੀ ਲਿਸਟ ਆ ਚੁੱਕੀ ਹੈ। ਤਾਂ ਦਿੱਲੀ ਦੇ ਵਿੱਚ ਸਿਆਸੀ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ, ਪਰ ਇਸ ਸਭ ਦੇ ਵਿਚਾਲੇ ਰਮੇਸ਼ ਬਿਧੂੜੀ ਇਸ ਕਰਕੇ ਵੀ ਚਰਚਾ ਦੇ ਵਿੱਚ ਰਹੇ ਨੇ ਜਦੋਂ ਮੈਂਬਰ ਪਾਰਲੀਮੈਂਟ ਸੀ ਉਹਨਾਂ ਦੇ ਵੱਲੋਂ ਪਾਰਲੀਮੈਂਟ ਦੇ ਅੰਦਰ ਕੁਝ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਵਿਰੋਧੀ ਉਹਨਾਂ ਨੂੰ ਖੂਬ ਘੇਰ ਰਹੇ ਸਨ। ਉਧਰ ਬੀਜੇਪੀ ਨੇ ਆਪਣੀ ਪਹਿਲੀ ਲਿਸਟ ਜੋ ਐਲਾਨੀ ਉਸ ਦੇ ਵਿੱਚ 3 ਵੱਡੇ ਸਿੱਖ ਚਿਹਰਿਆਂ ਨੂੰ ਵੀ ਮੈਦਾਨ ਦੇ ਵਿੱਚ ਉਤਾਰਿਆ। ਬੀਜੇਪੀ ਨੇ ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ, ਜੰਗਪੁਰਾ ਤੋਂ ਤਰਵਿੰਦਰ ਸਿੰਘ ਮਾਰਵਾ ਅਤੇ ਗਾਂਧੀ ਨਗਰ ਤੋਂ ਅਰਵਿੰਦਰ ਸਿੰਘ ਲਵਲੀ ਨੂੰ ਮੈਦਾਨ 'ਚ ਉਤਾਰਿਆ ਹੈ। मारवा के सामने दिल्ली के साबका डिप्टी सीएम मनीष सिसोदिया होंगे। जब अरविंद केजरीवाल जी की सरकार को लोग उखाड़ कर फेंकना चाहते हैं, ऐसे में नई सरकार जो बने उसके लिए हम लोगों को मौका दिया है। मैं इसके लिए सरकार का बहुत धन्यवाद करता हूँ। उन्होंने मुझे इस काबिल देखा कि यहाँ पूरा विधानसभा का कैंडिडेट बनाया। पार्टी लीडरशिप का धन्यवाद करना चाहता हूँ कि उन्होंने मुझे इस लायक समझा कि मैं पार्टी को रिप्रेजेंट कर सकूँ और जो जिम्मेवारी पार्टी ने सौंपी है वो निश्चित रूप से अपने पूरे दमखम के साथ बखूबी निभाने की उसको कोशिश करूंगा। एक तरफ बीजेपी दिल्ली च जित का दावा कर रही है तो दूजे पासे दिल्ली की सत्ता ते काबिज आम आदमी पार्टी विकास के दम के उत्ते खुद नूं मुड़ सत्ता दे विच आउंदा होया दस रही है। खैर दावे आपो अपने ने ते वादे भी आपो अपने ने दिल्ली की जनता दे नाल। इस दे हक दे विच दिल्ली दे लोग फायदा या कहिए कि फाइनल मोहर लगाउंदे ने वो देखना होगा। खैर अगे वादियां ते बारी अज दे सवाल दी। अज दा सवाल दिल्ली विधान सभा दे नाल जुड़िया होया पुछ रहे हैं। सवाल कि दिल्ली विधान सभा दा गठन कदों होया? ए 1993, बी 1995, सी 1998 या 2001 दे विच। और ये सवाल इस करके क्योंकि दिल्ली दे विच चोण अखाड़ा भख रहा है, इस करके दिल्ली दे नाल जुड़िया होया सवाल और जवाब थोड़ी देर दे विच प्रोग्राम के दौरान ही तुहाडे सामने रखांगे। उधर खनौरी बॉर्डर के उत्ते किसानां दी महापंचायत दे विच किसान आगू जगजीत सिंह डल्लेवाल नूं स्टेज दे उत्ते लिआंदा गया ते उन्होंने संबोधन भी किया। महापंचायत दे विच वड्डी गिणती च लोग पहुंचे सी। महापंचायत दे विच पहुंची भीड़ नूं डल्लेवाल ने संबोधन किया ते कहा कि केंद्र दे नाल लड़ाई मुश्किल है पर जितांगे जरूर। खनौरी बॉर्डर पे एक ट्रॉली जरूर लेकर आए, पूरी ताकत से इस मोर्चे को लड़े ताकि सरकार इस मोर्चे पे किसी तरह का कोई हमला ना कर पाए। डल्लेवाल ने पुलिस दे उत्ते उन्हां नूं बार-बार चुकण दी कोशिश दे इल्जाम भी लगाए। तो मुझे विश्वास है कि हम मोर्चा जीतेंगे। किसी भी ताकत में सरकार जितना मर्जी जोर लगा ले इस मोर्चे को हरा नहीं सके। मुझे पता है कि ये कठिन काम है। डल्लेवाल 26 नवंबर तो मरण वरत उत्ते ने ते डल्लेवाल ने महापंचायत दे विच पूरे देश के किसानों नूं सद्दा भी दिता। हालांकि संयुक्त किसान मोर्चे ने हरियाणा के टोहाणा दे विच वखरी महापंचायत सद्दी हुई सी। ते हुण गल उस महापंचायत दी जो वखरी सद्दी गई सी। संयुक्त किसान मोर्चे ने हरियाणा के टोहाणा दे विच महापंचायत सद्दी। महापंचायत दे विच शामिल किसान आगू राकेश टिकैत ने एक नवे विवाद नूं जन्म दे दिता। खनौरी बॉर्डर दे उत्ते चल रहे किसान अंदोलन दे 3 साइड इफेक्ट दस दिते। देश में सिख बदनाम हो रहा, देश में किसान बदनाम हो रहा, देश में पंजाब सरकार बदनाम हो रही, 3 लोग उसमें बदनाम हो रहे हैं और भारत सरकार को फायदा हो रहा है। टिकैत ने दावा किया कि केंद्र 2021 के किसान अंदोलन नूं छोटा दिखाउण दे लई खनौरी मोर्चे नूं लंबा कर रही है। उस आंदोलन को केंद्र सरकार ही लंबा चलवा रहा है।
वो आंदोलन केंद्र पे कोई उसका फर्क नहीं पड़ रहा, केंद्र को उस आंदोलन से फायदा हो रहा है। पिछले बार किसान अंदोलन का मुख चेहरा रहे टिकैत जो खनौरी मोर्चे ते सवाल चुकन फिर फर्क तां पैंदा है। और एक किते ना किते किसान जथेबंदियों के विचाले जिहड़ी फुट है उसनूं भी सामने लिया रहा है। सवाल यह भी है कि फायदा किहड़े बयान का, किहड़े अंदोलन का, किहड़ी सरकार नूं हो रहा है। उधर हरियाणा के टोहाना दे विच एसकेएम ने महापंचायत सदी सी, उत्थे जा रही किसानां दी एक बस बरनाले च हादसे का शिकार हो। इस हादसे दे विच 3 महिलावां दी मौत हो गई। हादसा बठिंडा नैशनल हाईवे के बाईपास के उत्ते होया। बस बठिंडा जिले के पिंड कोठा गुरू तो टोहाना जा रही सी। पहले सिद्धूपुर की बस मूहरे हट जाती है, फनकार ट्रैक्टर तो पिछ वज गई। उदों मगरों चलो उन्होंने पास करके पच के लंघे। गड्डी तेज वाली सी, बज्जी बुज्जी नहीं काले संभली नहीं, एकदम पासा चक्की भी गड्डी बस एकदम पापी पलटी वज्जा वज्जा कुछ नहीं हुआ। हादसे की वजह धुंध नूं दस्सिया जा रहा है। शार्प मोड़ ते धुंध की वजह नाल बस का ड्राइवर कंट्रोल नहीं रख सकिया ते हादसा हो गया। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਸਵਾਰੀਆਂ ਸੀ ਤੇ ਇਹ ਜਦੋਂ ਗੋਲ ਕਰਵ ਆਉਂਦਾ ਉੱਥੇ ਬੱਸ ਕੁਛ ਧੁੰਦ ਸੀਗੀ, ਕੁਛ ਕੁ ਗੋਲ ਕਰਵ ਸੀਗਾ, ਸ਼ਾਰਪ ਮੋੜ ਸੀ, ਜਿਸ ਕਰਕੇ ਬੱਸ ਕੁਦਰਤੀ ਅਚਾਨਕ ਪਲਟਣ ਕਰਕੇ ਹਾਦਸਾ ਹੋਇਆ, ਜਿਸ ਵਿੱਚ ਕਰੀਬ 50 ਤੋਂ 55 ਸਵਾਰੀਆਂ ਸਨ। ਹਾਦਸੇ ਦੇ ਵਿੱਚ ਕੁਝ ਲੋਕ ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਬਠਿੰਡਾ ਤੇ ਲੁਧਿਆਣਾ ਰੈਫਰ ਕੀਤਾ ਗਿਆ। ਹੁਣ ਅਗਲੀ ਖਬਰ ਹੈ ਜੰਮੂ ਕਸ਼ਮੀਰ ਤੋਂ। ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਵਿੱਚ ਫੌਜ ਦਾ ਟਰੱਕ ਖੱਡ ਦੇ ਵਿੱਚ, ਡੂੰਗੀ ਖੱਡ ਦੇ ਵਿੱਚ ਡਿੱਗਿਆ ਤੇ ਇਸ ਹਾਦਸੇ ਦੇ ਵਿੱਚ 4 ਜਵਾਨ ਸ਼ਹੀਦ ਹੋ ਗਏ। ਹਾਦਸਾ ਜ਼ਿਲ੍ਹੇ ਦੇ ਐਸਕੇ ਪਾਈਏਨ ਇਲਾਕੇ ਦੇ ਵਿੱਚ ਹੋਇਆ। ਇੱਥੇ ਟਰੱਕ ਸੜਕ ਦੇ ਤੋਂ ਤਿਲਕ ਕੇ ਖੱਡ ਦੇ ਵਿੱਚ ਜਾ ਡਿੱਗਿਆ। पर आज एक एक्सीडेंट आ गया जिसमें 5 बंदे जख्मी थे, उनमें से 2 की डेथ ब्रॉड डेड थे, तो 3 हमने रेफर किए। अभी आप देख रहे हैं हमारा जो अमला लगा हुआ है इस पर, और हमने उनको रेफर कर दिया। 3 यहाँ से ये जाएंगे मानसबल, वहाँ से फिर चौपर से वो पहुँच जाएंगे श्रीनगर। ਘਟਨਾ ਦੇ ਉੱਤੇ ਫੌਜ ਨੇ ਬਿਆਨ ਜਾਰੀ ਕੀਤਾ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਖਰਾਬ ਮੌਸਮ ਅਤੇ ਘੱਟ ਵਿਜ਼ਿਬਿਲਿਟੀ ਦੀ ਵਜ੍ਹਾ ਦੇ ਨਾਲ ਇਹ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ। ਇਸ ਹਾਦਸੇ ਦੇ ਵਿੱਚ ਫਿਲਹਾਲ ਕਿਸੇ ਤਰ੍ਹਾਂ ਦੇ ਦਹਿਸ਼ਤਗਰਦੀ ਐਂਗਲ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ 5 ਦਿਨਾਂ ਦੇ ਵਿੱਚ ਦੂਜਾ ਹਾਦਸਾ ਹੈ। ਔਰ ਇਸ ਹਾਦਸੇ ਦੇ ਵਿੱਚ ਵੀ ਦੇਸ਼ ਦੇ ਜਵਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਕਿੰਨੇ ਔਖੇ ਹਾਲਾਤ ਦੇ ਵਿੱਚ ਇਹ ਜਵਾਨ ਦੇਸ਼ ਦੀ ਸੁਰੱਖਿਆ ਦੇ ਵਿੱਚ ਲੱਗੇ ਰਹਿੰਦੇ ਨੇ। ਇਹਨਾਂ ਹਾਦਸਿਆਂ ਦੇ ਜ਼ਰੀਏ ਵੀ ਕਹਾਣੀ ਬਿਆਨ ਹੁੰਦੀ ਹੈ। खैर जो कोई अपने देश के लिए कुर्बान हो जाए और मौसम की वजह के बहुत औखियां थावां दे उत्ते पहुंचना पैंदा है, फिर फर्क तां पैंदा सानू सारियां जो सुरक्षित महसूस करते हैं करते हैं। अगली खबर का रुख करते हैं। अमृतसर के थाने च शिकायत के लिए पहुंची एक महिला ने ASI के उत्ते थप्पड़ मारन के इल्जाम लगाए। महिला का इल्जाम है कि उन्होंने किसी का पैसे ਦੇ ਨਾਲ ਲੈਣ ਦੇਣ ਨੂੰ ਲੈ ਕੇ ਝਗੜਾ ਸੀ। ਇਸੇ ਨੂੰ ਲੈ ਕੇ ਉਹ ਆਪਣੇ ਪਤੀ ਦੇ ਨਾਲ ਥਾਣੇ ਗਏ ਸਨ ਅਤੇ ਇੱਥੇ ASI ਨੇ ਤੈਸ਼ ਦੇ ਵਿੱਚ ਆ ਕੇ ਉਹਨਾਂ ਨੂੰ ਥੱਪੜ ਜੜ ਦਿੱਤਾ। ਉਹਨਾਂ ਨੇ ਸਾਡੀ ਦੁਕਾਨ ਦੇ ਅੱਗੇ ਮਾਰਕੁੱਟ ਕੀਤੀ ਤੇ ਅੱਗੋਂ ਮੇਰੇ ਹਸਬੰਡ ਦੇ ਵੀ ਉਹਨਾਂ ਨੇ ਕੀ ਕਹਿੰਦੇ ਪਰਚਾ ਠੋਕਦੇ ਪਏ ਸੀਗੇ। 250 ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ। ਮੇਰੇ ਹਸਬੰਡ ਨੂੰ ਅੰਦਰ ਕਰਨ ਲੱਗੇ ਸੀ, ਜੇ ਮੈਂ ਉੱਥੇ ਅੱਗੇ ਖੜੀ ਸੀ ਤਾਂ ਮੇਰੇ ਮੂੰਹ ਤੇ ਉਹਨਾਂ ਨੇ ਚਪੇੜ ਮਾਰ ਦਿੱਤੀ। ਉਧਰ ਜਿਸ ASI ਰਜਿੰਦਰ ਸਿੰਘ ਤੇ ਥੱਪੜ ਜੜਨ ਦਾ ਇਲਜ਼ਾਮ ਲੱਗਿਆ ਹੈ, ਉਹਨਾਂ ਦਾ ਕਹਿਣਾ ਕਿ ਮਹਿਲਾ ਦਾ ਪਤੀ ਥਾਣੇ ਦੇ ਵਿੱਚ ਝਗੜਾ ਕਰ ਰਿਹਾ ਸੀ ਤੇ ਵਿਚਾਲੇ ਬਚਾਅ ਦੇ ਵਿੱਚ ਮਹਿਲਾ ਦੇ ਥੱਪੜ ਲੱਗ ਗਿਆ। ਇਹਨਾਂ ਨੂੰ ਪਾਰਟੀਆਂ ਨੂੰ ਇੱਥੇ ਦਰਖਾਸਤ ਲਈ ਬੁਲਾਇਆ, ਇਹਦੀ ਦਰਖਾਸਤ ਦੇ ਸੰਬੰਧ ਵਿੱਚ ਤੇ ਇਹਦਾ ਜਿਹੜਾ ਪਤੀ ਆ ਉਹ ਤੈਸ਼ ਵਿੱਚ ਆ ਗਿਆ। ਉਹ ਇੱਕ ਦੂਜੇ ਨਾਲ ਆਪਣਾ ਹੱਥ ਪਾਈ ਹੋਣ ਲੱਗਿਆ, ਪੰਜ ਵਜੇ ਛਡਾਉਣ ਲੱਗਾ ਤੇ ਉਹਨੂੰ ਮੈਂ ਛਡਾਉਣ ਲੱਗਾ ਤੇ ਇਹ ਅੱਗੇ ਆ ਗਈ, ਇਹਦੇ ਧੱਫਕ ਦੇ ਵੱਜ ਗਿਆ। ਇਹਦੇ ਚਪੇੜ ਮੇਰੇ ਮਾਰ। ਜਦੋਂ ਥਾਣੇ ਦੇ ਵਿੱਚ ਆਈ ਮਹਿਲਾ ਹੀ ਖੁਦ ਨੂੰ ਮਹਿਫੂਜ਼ ਨਾ ਸਮਝੇ ਅਤੇ ASI ਦੇ ਉੱਤੇ ਥੱਪੜ ਮਾਰਨ ਦੇ ਇਲਜ਼ਾਮ ਲੱਗਣ, ਫਿਰ ਫਰਕ ਤਾਂ ਪੈਂਦਾ। ਹੁਣ ਇੱਕ ਖਬਰ ਤੁਹਾਨੂੰ ਦਿਖਾਉਂਦੇ ਹਾਂ ਜਲੰਧਰ ਤੋਂ। ਜਲੰਧਰ ਦੇ ਵਿੱਚ ਬਦਮਾਸ਼ਾਂ ਦੇ ਵਿਚਾਲੇ ਝੜਪ ਹੋਈ ਤੇ 2 ਬਦਮਾਸ਼ਾਂ ਨੂੰ ਗੋਲੀ ਲੱਗੀ ਤੇ ਉਹਨਾਂ ਦੀ ਮੌਤ ਹੋ ਗਈ। ਕਤਲ ਕਰਨ ਵਾਲਾ ਇਹਨਾਂ ਦੋਵਾਂ ਦਾ ਕ੍ਰਾਈਮ ਪਾਰਟਨਰ ਹੀ ਹੈ। ਤਿੰਨੋਂ ਲੰਮਾ ਪਿੰਡ ਚੌਕ ਦੇ ਕੋਲ ਸ਼ਹੀਦ ਉਦਮ ਸਿੰਘ ਨਗਰ ਦੇ ਵਿੱਚ ਆਪਣੇ ਚੌਥੇ ਸਾਥੀ ਦੇ ਘਰ ਦੇ ਉੱਤੇ ਰੁਕੇ ਹੋਏ ਸਨ। ਤਿੰਨਾਂ ਦੀ ਰਾਤ ਕਰੀਬ 2:30 ਵਜੇ ਤਕਰਾਰ ਹੋਈ ਤਾਂ ਸਵੇਰੇ ਕਰੀਬ 4 ਵਜੇ ਮੁਲਜ਼ਮਾਂ ਨੇ ਆਪਣੇ 2 ਸਾਥੀਆਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਤਰ੍ਹਾਂ ਦੇ ਉੱਤੇ ਜਿਹੜਾ SHO ਰਾਮਾ ਮੰਡੀ ਡਾਕਟਰ ਪਰਮਿੰਦਰ ਸਿੰਘ ਸਮੇਤ ਫੋਰਸ ਸਿਵਲ ਹਸਪਤਾਲ ਪਹੁੰਚੇ ਸੀਗੇ। ਇਨ ਦਾ ਮੇਨ ਟਾਈਮ ਜਿਹੜਾ ਸ਼ਿਵਮ ਇੰਜਰਡ ਸੀ ਉਹਦੀ ਡੈਥ ਹੋ ਚੁੱਕੀ ਸੀਗੀ ਤੇ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੇ ਤਿਵਾੜੀ ਔਰ ਉਹਦੀ ਵੀ ਜਿਹੜੀ ਹੈਗੀ ਸੀ ਡੈਥ ਹੋ ਚੁੱਕੀ ਸੀ। ਉਹ ਬ੍ਰੌਡ ਡੈਡ ਐਟ ਦੀ ਸਪੌਟ ਹੋ ਗਿਆ ਸੀ। ਦੋਵੇਂ ਨੌਜਵਾਨਾਂ ਨੂੰ ਗੋਲੀ ਮਾਰਨ ਵਾਲਾ ਮਿੱਠਾਪੁਰ ਦਾ ਰਹਿਣ ਵਾਲਾ ਮੰਨਾ ਦੱਸਿਆ ਜਾ ਰਿਹਾ ਹੈ। ਉਸਨੇ ਸ਼ਿਵਮ ਨੂੰ 4 ਤੇ ਬਿਨੇ ਨੂੰ 5 ਗੋਲੀਆਂ ਮਾਰੀਆਂ। ਦੋਵੇਂ ਨੌਜਵਾਨਾਂ ਨੂੰ ਇੱਕ ਹੀ ਪਿਸਟਲ ਦੇ ਨਾਲ ਗੋਲੀਆਂ ਮਾਰੀਆਂ ਗਈਆਂ ਨੇ, ਜਿਸ ਨੂੰ ਮੁਲਜ਼ਮ ਆਪਣੇ ਨਾਲ ਲੈ ਗਿਆ।
ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਖੈਰ ਬਦਮਾਸ਼ ਜਦੋਂ ਇਕੱਠੇ ਬੈਠ ਕੇ ਕੋਈ ਪਲੈਨਿੰਗ ਕਰ ਰਹੇ ਹੋਣ ਜਾਂ ਫਿਰ ਕੋਈ ਹੋਰ ਗੱਲ ਕਰ ਰਹੇ ਹੋਣ ਤੇ ਇਸ ਵਿਚਾਲੇ ਬਹਿਸ ਤਕਰਾਰ ਖੂਨੀ ਵਾਰ ਦਾ ਰੂਪ ਧਾਰਨ ਕਰ ਲਵੇ ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਤੇ ਗੱਲ ਗੁਆਂਢੀ ਮੁਲਕ ਦੇ ਵਿੱਚੋਂ ਆ ਰਹੇ ਇੱਕ ਨਵੇਂ ਵਾਇਰਸ ਦੀ ਖਬਰ ਦਾ। ਕੋਵਿਡ-19 ਦੇ 5 ਸਾਲ ਬਾਅਦ ਜਾਂ ਕਰੋਨਾ ਦੇ 5 ਸਾਲ ਬਾਅਦ ਚੀਨ ਦੇ ਵਿੱਚ ਮੁੜ ਤੋਂ ਇੱਕ ਵਾਰ ਨਵੇਂ ਵਾਇਰਸ ਦਾ ਇਨਫੈਕਸ਼ਨ ਫੈਲ ਰਿਹਾ। ਇਸ ਦੇ ਲੱਛਣ ਵੀ ਕਰੋਨਾ ਵਾਇਰਸ ਦੀ ਤਰ੍ਹਾਂ ਹੀ ਨੇ। ਇਸ ਨਵੇਂ ਵਾਇਰਸ ਦਾ ਨਾਮ ਹੈ ਹਿਊਮਨ ਮੈਟੋਇਨਿਊਮਾ ਵਾਇਰਸ ਯਾਨੀ HMPV, ਜੋ ਕਿ ਇੱਕ RNA ਵਾਇਰਸ ਹੈ। ਵਾਇਰਸ ਦੇ ਨਾਲ ਇਨਫੈਕਟਡ ਹੋਣ ਦੇ ਉੱਤੇ ਮਰੀਜ਼ਾਂ ਦੇ ਵਿੱਚ ਸਰਦੀ ਅਤੇ ਕੋਵਿਡ-19 ਵਰਗੇ ਲੱਛਣ ਦਿਖਾਈ ਦਿੰਦੇ ਨੇ। ਇਸ ਦਾ ਸਭ ਤੋਂ ਜ਼ਿਆਦਾ ਅਸਰ ਛੋਟੇ ਬੱਚਿਆਂ ਦੇ ਉੱਤੇ ਦੇਖਿਆ ਜਾ ਰਿਹਾ ਹੈ। ਇਹਨਾਂ ਦੇ ਵਿੱਚ 2 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ। ਸੋਸ਼ਲ ਮੀਡੀਆ ਦੇ ਉੱਤੇ ਕੀਤੇ ਗਏ ਇੱਕ ਪੋਸਟ ਦੇ ਵਿੱਚ ਮਰੀਜ਼ਾਂ ਦੀ ਫੋਟੋ ਪੋਸਟ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ ਚੀਨ ਨੇ ਵਾਇਰਸ ਦੇ ਫੈਲਣ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਐਮਰਜੈਂਸੀ ਐਲਾਨੀ ਹੈ। ਦਾਅਵੇ ਦੇ ਮੁਤਾਬਿਕ ਹਸਪਤਾਲ ਅਤੇ ਸ਼ਮਸ਼ਾਨ ਘਾਟਾਂ ਦੇ ਵਿੱਚ ਭੀੜ ਵਧੀ ਹੈ। ਹਾਲਾਂਕਿ ਚੀਨ ਦੇ ਵੱਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕੋਵਿਡ-19 ਦਾ ਪਹਿਲਾ ਮਾਮਲਾ 2019 ਦੇ ਵਿੱਚ ਚੀਨ ਦੇ ਵੁਹਾਨ ਸ਼ਹਿਰ ਦੇ ਵਿੱਚ ਮਿਲਿਆ ਸੀ। ਉਸ ਸਮੇਂ ਇਸ ਨੂੰ ਇੱਕ ਰਹੱਸਮਈ ਨਮੂਨੀਆ ਕਿਹਾ ਜਾ ਰਿਹਾ ਸੀ। ਇਹ ਕਰੋਨਾ ਵਾਇਰਸ ਤੋਂ ਫੈਲਿਆ ਸੀ। ਇਸ ਤੋਂ ਬਾਅਦ ਇਹ ਵਾਇਰਸ ਦੁਨੀਆ ਦੇ ਵਿੱਚ ਤੇਜ਼ੀ ਨਾਲ ਫੈਲਿਆ। 30 ਜਨਵਰੀ 2020 ਨੂੰ WHO ਨੇ ਇਸ ਨੂੰ ਗਲੋਬਲ ਪੈਂਡੇਮਿਕ ਐਲਾਨਿਆ ਸੀ। ਦੁਨੀਆ ਭਰ ਦੇ ਵਿੱਚ ਕੋਵਿਡ ਦੇ 70 ਕਰੋੜ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ 70 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਵੀ ਹੋਈ ਸੀ। ਜਾਂ ਕਰੋਨਾ ਦੀ ਦਹਿਸ਼ਤ ਸ਼ਾਇਦ ਅਜੇ ਨਿਕਲੀ ਵੀ ਨਹੀਂ ਚੰਗੀ ਤਰ੍ਹਾਂ, ਖਾਸ ਤੌਰ ਤੇ ਉਹਨਾਂ ਲੋਕਾਂ ਦੇ ਜ਼ਿਹਨ ਦੇ ਵਿੱਚੋਂ ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ ਉਸ ਸਮੇਂ। ਔਰ ਇਸ ਵਿਚਾਲੇ ਜਦੋਂ ਵੀ ਚੀਨ ਤੋਂ ਕੋਈ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਵਾਇਰਸ ਵਾਲੀ, ਤਾਂ ਫਿਰ ਕਰੋਨਾ ਇੱਕ ਵਾਰ ਦੁਬਾਰਾ ਯਾਦ ਆ ਜਾਂਦਾ ਹੈ ਤੇ ਚਿੰਤਾ ਵੱਧ ਜਾਂਦੀ ਹੈ ਕਿ ਹਾਲਾਤ ਪਹਿਲਾਂ ਵਰਗੇ ਨਾ ਹੋ ਜਾਣ। ਖੈਰ ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ ਤੇ ਸਵਾਲ ਦਾ ਜਵਾਬ ਤੁਹਾਡੇ ਨਾਲ ਸਾਂਝਾ ਕਰਨ ਦਾ ਸਮਾਂ ਹੈ। ਪਹਿਲਾਂ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਸਵਾਲ ਅਸੀਂ ਪੁੱਛਿਆ ਕਿ ਦਿੱਲੀ ਵਿਧਾਨ ਸਭਾ ਦਾ ਗਠਨ ਕਦੋਂ ਹੋਇਆ। 4 ਆਪਸ਼ਨਸ ਤੁਹਾਡੇ ਸਾਹਮਣੇ ਰੱਖੇ हैं। ਸਵਾਲ ਇਸ ਕਰਕੇ ਕਿਉਂਕਿ ਦਿੱਲੀ ਦੇ ਵਿੱਚ ਹੁਣ ਲਗਾਤਾਰ ਸਿਆਸੀ ਪਾਰਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਇਲੈਕਸ਼ਨ ਬਹੁਤ ਨੇੜੇ ਨੇ। ਕਿਸੇ ਵੀ ਸਮੇਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦਿੱਲੀ ਦੇ ਵਿੱਚ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਔਰ ਇਸ ਕਰਕੇ ਉੱਥੇ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਇਸ ਕਰਕੇ ਅੱਜ ਅਸੀਂ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਪੁੱਛਿਆ। ਸਵਾਲ ਦਾ ਸਹੀ ਜਵਾਬ ਹੈ ਆਪਸ਼ਨ A 1993। ਜਾਂ ਦਿੱਲੀ ਦੇ ਵਿੱਚ 1993 ਦੇ ਵਿੱਚ ਵਿਧਾਨ ਸਭਾ ਦਾ ਗਠਨ ਹੋਇਆ ਤੇ ਪਹਿਲੀ ਵਾਰ ਇਲੈਕਸ਼ਨ ਹੋਈ। 1993 ਚ BJP ਨੇ ਕਲੀਅਰ ਕੱਟ ਮੈਜੋਰਟੀ ਦੇ ਨਾਲ ਜਿੱਤ ਹਾਸਲ ਕੀਤੀ। 49 ਸੀਟਾਂ ਜਿੱਤੀਆਂ ਸੀ। ਕਾਂਗਰਸ ਨੂੰ ਉਸ ਸਮੇਂ 14 ਸੀਟਾਂ ਮਿਲੀਆਂ। ਦਿੱਲੀ ਵਿਧਾਨ ਸਭਾ ਦੇ ਵਿੱਚ ਕੁੱਲ 70 ਸੀਟਾਂ ਨੇ। ਹਾਲਾਂਕਿ BJP ਨੂੰ 5 ਸਾਲ ਦੇ ਕਾਰਜਕਾਲ ਦੇ ਵਿੱਚ ਆਪਣੇ 3 ਮੁੱਖ ਮੰਤਰੀ ਬਦਲਣੇ ਪਏ ਸਨ। ਉਸ ਤੋਂ ਬਾਅਦ ਇੱਕ ਲੰਬਾ ਵੇਲਾ ਆਇਆ ਜਦੋਂ ਸ਼ੀਲਾ ਦੀਕਸ਼ਿਤ ਕਾਂਗਰਸ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਦਿੱਲੀ 'ਚ ਕੰਮ ਕਰਦੇ ਰਹੇ ਔਰ ਇੱਕ ਲੰਬੇ ਟਾਈਮ ਤੋਂ 2015 ਤੋਂ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਹੈ ਦਿੱਲੀ ਵਿੱਚ। ਤੇ ਹੁਣ ਗੱਲ ਕਰਦੇ ਹਾਂ ਚਾਈਨਾ ਡੋਰ ਦੀ। ਅੰਮ੍ਰਿਤਸਰ ਦੇ ਵਿੱਚ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਣ ਵਾਲਿਆਂ ਦੇ ਉੱਤੇ ਨਜ਼ਰ ਰੱਖਣ ਦੇ ਲਈ ਡਰੋਨ ਦਾ ਸਹਾਰਾ ਪੁਲਿਸ ਦੇ ਵੱਲੋਂ ਲਿਆ ਜਾ ਰਿਹਾ। ਲੋਹੜੀ ਅਤੇ ਮੱਕਰ ਸੰਕ੍ਰਾਂਤੀ ਤੇ ਚਾਈਨਾ ਡੋਰ ਦੇ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਦੇ ਲਈ ਪੁਲਿਸ ਐਕਸ਼ਨ ਦੇ ਵਿੱਚ ਹੈ। ਪੁਲਿਸ ਨੇ ਡਰੋਨ ਉਡਾ ਕੇ ਅਜਿਹੇ ਲੋਕਾਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਚਾਈਨਾ ਡੋਰ ਦਾ ਇਸਤੇਮਾਲ ਕਰਕੇ ਪਤੰਗ ਉਡਾਉਂਦੇ ਨੇ। ਜੇਕਰ ਪੁਲਿਸ ਕਿਸੇ ਬੱਚੇ ਨੂੰ ਵੀ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਹੋਇਆ ਫੜਦੀ ਹੈ ਤਾਂ ਉਸਦੇ ਮਾਤਾ-ਪਿਤਾ ਨੂੰ ਥਾਣੇ ਬੁਲਾ ਕੇ ਪਹਿਲਾਂ ਵਾਰਨਿੰਗ ਦਿੱਤੀ ਜਾਵੇਗੀ। ਜੇਕਰ ਫਿਰ ਵੀ ਬੱਚਾ ਦੁਬਾਰਾ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਫੜਿਆ ਗਿਆ ਤਾਂ ਪਰਿਵਾਰ ਵਾਲਿਆਂ ਦੇ ਖਿਲਾਫ ਕਾਰਵਾਈ ਹੋਵੇਗੀ। ਉਧਰ ਚਾਈਨਾ ਡੋਰ ਦੀ ਵਜ੍ਹਾ ਦੇ ਨਾਲ ਮਾਝਾ ਡੋਰ ਵਾਲੇ ਮੰਦੀ ਦੀ ਮਾਰ ਚੱਲ ਰਹੇ ਨੇ। ਸਾਰਾ ਪੈ ਗਿਆ ਜੀ। ਕਿਤੇ 10 ਬੰਦੇ ਕੰਮ ਕਰਦੇ, ਕਿਤੇ ਮੈਂ ਇਕੱਲਾ ਹੀ ਹਾਂ। ਵਿਆਹ ਦੇ ਮੁੰਡੇ ਹੁਣ ਸੱਦੇ ਕਿ ਚੱਲ ਥੋੜਾ ਬਹੁਤਾ ਖਰਚਾ ਪਾਣੀ ਬਣ ਜੀ, ਚੋਰ ਥੋੜੀ ਜਿਹੀ ਲਵੇਟ। ਦਰਅਸਲ ਲੋਹੜੀ ਅਤੇ ਮੱਕਰ ਸੰਕ੍ਰਾਂਤੀ ਦੇ ਉੱਤੇ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਪਤੰਗਬਾਜ਼ੀ ਹੁੰਦੀ ਹੈ। ਇਸ ਦੇ ਵਿੱਚ ਚਾਈਨਾ ਡੋਰ ਦਾ ਧੜੱਲੇ ਨਾਲ ਇਸਤੇਮਾਲ ਹੁੰਦਾ ਹੈ ਔਰ ਇਸ ਸਭ ਦੇ ਵਿਚਾਲੇ ਚਾਈਨਾ ਡੋਰ ਦੀ ਵਜ੍ਹਾ ਦੇ ਨਾਲ ਕਈ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਨੇ। ਖਾਸ ਤੌਰ ਤੇ ਜਦੋਂ ਤੁਸੀਂ ਕੋਈ ਸਕੂਟਰ ਦੇ ਉੱਤੇ ਜਾ ਰਹੇ ਹੋਵੋ ਤਾਂ ਗਲ ਦੇ ਵਿੱਚ ਵੀ ਆ ਕੇ ਲੱਗਦੀ ਹੈ। ਕੁਝ ਲੋਕਾਂ ਦੀ ਮੌਤ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਹੁਣ ਸਵਾਲ ਇਹ ਵੀ ਹੈ ਕਿ ਡਰੋਨ ਦੇ ਜ਼ਰੀਏ ਨਜ਼ਰ ਕਿਵੇਂ ਰੱਖੀ ਜਾਏਗੀ ਕਿ ਡਰੋਨ ਇਹ ਵੀ ਦੱਸੇਗਾ ਕਿ ਇਹ ਚਾਈਨਾ ਡੋਰ ਹੈ ਜਾਂ ਚਾਈਨਾ ਡੋਰ ਨਹੀਂ ਹੈ। ਐਕਸ਼ਨ ਪੁਲਿਸ ਕਿਵੇਂ ਕਰੇਗੀ ਉਸਦਾ ਦੇਖਣਾ ਹੋਵੇਗਾ। ਖੈਰ ਜਦੋਂ ਡਰੋਨ ਦਾ ਸਹਾਰਾ ਲੈਣਾ ਪਵੇ ਪੁਲਿਸ ਨੂੰ ਚਾਈਨਾ ਡੋਰ ਤੋਂ ਰੋਕਣ ਦੇ ਲਈ ਲੋਕਾਂ ਨੂੰ, ਫਿਰ ਫਰਕ ਤਾਂ ਪੈਂਦਾ। ਹੁਣ ਅੱਗੇ ਵਧਦੇ ਹਾਂ ਤੇ ਵਾਰੀ ਹੈ ਇਤਿਹਾਸ ਦੱਸਣ ਦੀ। 4 ਜਨਵਰੀ ਦਾ ਇਤਿਹਾਸ ਕੀ ਕੁਝ ਕਹਿੰਦਾ ਉਸ ਦਾ ਜ਼ਿਕਰ ਕਰਾਂਗੇ। ਬਰਮਾ ਦੇਸ਼ ਦਾ ਨਾਮ ਹੈ ਬਰਮਾ। ਬ੍ਰਿਟੇਨ ਤੋਂ ਆਜ਼ਾਦ ਹੋਇਆ ਸੀ ਬਰਮਾ 4 ਜਨਵਰੀ 1948। ਬਰਮਾ ਜੋ ਹੁਣ ਮਿਆਂਮਾਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਬ੍ਰਿਟੇਨ ਤੋਂ ਆਜ਼ਾਦ ਹੋਇਆ ਸੀ। ਬ੍ਰਿਟੇਨ ਤੋਂ ਪਹਿਲਾਂ ਮਿਆਂਮਾਰ ਦੇ ਉੱਤੇ ਜਾਪਾਨ ਦਾ ਵੀ ਕਬਜ਼ਾ ਸੀ। ਸਾਲ 1886 ਦੇ ਵਿੱਚ ਬ੍ਰਿਟੇਨ ਨੇ ਮਿਆਂਮਾਰ ਨੂੰ
ਭਾਰਤ ਦਾ ਸੂਬਾ ਐਲਾਨਿਆ, ਪਰ 1937 ਦੇ ਵਿੱਚ ਇਸ ਨੂੰ ਇੱਕ ਵੱਖਰਾ टापू दस दिता गया। जापान ने दूजी वर्ल्ड वॉर के दौरान म्यांमार के उत्ते हमला किया। इस दे लई उसने बर्मा आज़ाद फौज तैयार की सी। कब्जे के 3 साल बाद ही 1945 के विच ब्रिटेन ने म्यांमार नूं जापान के कब्जे तो मुक्त करवा दिता। बाद में 4 जनवरी 1948 नूं म्यांमार नूं ब्रिटेन तो आज़ादी मिल गई। बर्मा सी उस तो बाद नाम म्यांमार पड़। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਜਾਮਨਗਰ ਰਿਫਾਈਨਰੀ ਦੇ 25 ਸਾਲ ਪੂਰੇ ਹੋਣ ਦੇ ਉੱਤੇ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਔਰ ਜਿਸ ਦੇ ਵਿੱਚ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਡਾਇਰੈਕਟਰ ਅਨੰਤ ਅੰਬਾਨੀ ਦੇ ਕਰਮਚਾਰੀਆਂ ਤੇ ਪਰਿਵਾਰਕ ਮੈਂਬਰਾਂ ਨੂੰ ਸੰਬੋਧਨ ਕੀਤਾ ਗਿਆ। ਅਨੰਤ ਅੰਬਾਨੀ ਵੱਲੋਂ ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹਨਾਂ ਦੇ ਦਾਦਾ ਧੀਰੂਭਾਈ ਅੰਬਾਨੀ ਨੇ ਜਾਮਨਗਰ ਦੇ ਵਿੱਚ ਦੁਨੀਆ ਦੀ ਟਾਪ ਰਿਫਾਈਨਰੀ ਬਣਾਉਣ ਦਾ ਸੁਪਨਾ ਦੇਖਿਆ ਸੀ। इस प्रोग्राम के विच रिलायंस फाउंडेशन की चेयरपर्सन नीता अंबानी ने कर्मचारियों ਅਤੇ ਪਰਿਵਾਰਕ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਾਮਨਗਰ ਸਿਰਫ ਇੱਕ ਥਾਂ ਨਹੀਂ ਹੈ, ਸਗੋਂ ਇਹ ਰਿਲਾਇੰਸ ਦੀ ਰੂਹ ਹੈ ਅਤੇ ਇਹ ਉਹਨਾਂ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਹੈ। ਇਸ ਮੌਕੇ ਅਨੰਤ ਅੰਬਾਨੀ ਨੇ ਵੰਤਾਰਾ ਨੂੰ ਗਲੋਬਲ ਮਾਡਲ ਬਣਾਉਣ ਦਾ ਸੰਕਲਪ ਲਿਆ। मेरे परम पूज्य दादाजी श्री धीरूभाई अंबानी ने एक सपना देखा था। एक ऐसी रिफाइनरी का निर्माण करना चाहते थे जो पूरे विश्व में सर्वश्रेष्ठ हो। 25 साल पहले दादाजी के जीवन काल में मेरे पिताजी श्री मुकेश भाई ने धीरूभाई अंबानी का इस सपना को पूरा कर दिया। आज मैं आभारी हूँ। आभार इस बात का है कि मुझे ऐसे 2 महापुरुषों का अमूल्य विरासत मिली है। आज के इस पावन दिन पर मैं संकल्प करता हूँ और मेरे पिताजी को वचन देता हूँ कि मैं जामनगर से जुड़े हुए सभी सपनों को साकार करके दिखाऊंगा। और एक बात, जिस तरीके से मेरे माताजी ने मुझे पशु पक्षी से प्रेम करना सिखाया, उसी तरह वंतारा से प्रेरणा लेकर आप सभी जीव जंतु से प्यार करना, यही मेरा आपसे विनती है। वंतारा ने यह साबित कर दिया है कि रिलायंस पशु पक्षी की भी उतना ही ख्याल रखते हैं जितना मनुष्य का ख्याल रखते हैं। वंतारा रिलायंस के वी केयर फिलॉसफी का जीता जागता उदाहरण है। मुझे पूरा विश्वास है 25 साल बाद जब भारत के स्वतंत्र के शताब्दी मनाई जाएगी, जामनगर के गरिमा और गौरव को हम सब मिलकर आसमान की नई ऊंचाइयों तक ले जाएंगे। हमारी सक्सेस of Reliance. For me today, it is heartwarming to have Mrs. Bhatt and Mrs. Malhotra here with us in the audience. Please join us in giving them a big round of applause.